ਸਟਾਰਟ। ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਾਲ 2021-22 ਦਾ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਡੰਡੀ ਇਸ ਨੂੰ ਅੰਕੜਿਆਂ ਦੇ ਆਧਾਰ ਤੋਂ ਇਲਾਵਾ ਕਈ ਦੂਸਰੇ ਪਹਿਲੂਆਂ ਤੋਂ ਵੀ ਵੇਖਣਾ ਬਣਦਾ ਹੈ। ਡੰਡੀ ਪਿਛਲੇ ਇੱਕ ਸਾਲ ਵਿੱਚ ਸੂਬਾ ਕਈ ਵੱਡੀਆਂ ਚੁਣੌਤੀਆਂ 'ਚੋਂ ਗੁਜ਼ਰਿਆ। ਡੰਡੀ ਕਰੋਨਾ ਮਹਾਂਮਾਰੀ ਨੇ ਦੁਨੀਆ ਅਤੇ ਦੇਸ਼ ਦੇ ਨਾਲ ਨਾਲ ਇਸ ਸੂਬੇ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਡੰਡੀ ਇਸ ਨੇ ਇਸ ਦੀ ਆਰਥਿਕਤਾ ਨੂੰ ਡਾਵਾਂਡੋਲ ਕਰੀ ਰੱਖਿਆ ਹੈ। ਡੰਡੀ ਲੋਕਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਪਏ ਹੋਏ ਹਨ। ਡੰਡੀ ਬਣੇ ਹਾਲਾਤ ਨਾਲ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਡੰਡੀ ਉਸ ਬਾਰੇ ਸੋਚ ਕੇ ਮਨ ਬੇਚੈਨ ਹੋ ਉੱਠਦਾ ਹੈ ਅਤੇ ਭਵਿੱਖ ਹੋਰ ਧੁੰਦਲਾ ਦਿਖਾਈ ਦੇਣ ਲੱਗਦਾ ਹੈ। ਡੰਡੀ ਜੇਕਰ ਸਨਅਤ ਹੀ ਬਿਮਾਰ ਹੋ ਜਾਵੇਗੀ ਤਾਂ ਉਸ ਨਾਲ ਸੂਬਾ ਸਾਹ ਸੱਤਹੀਨ ਹੋ ਜਾਏਗਾ। ਡੰਡੀ ਜੇਕਰ ਵਪਾਰ ਹੀ ਖਸਾਰੇ ਵਿੱਚ ਚਲਾ ਗਿਆ ਤਾਂ ਇਸ ਦਾ ਅਸਰ ਸਮਾਜ ਦੇ ਵੱਡੇ ਵਰਗ 'ਤੇ ਪਵੇਗਾ। ਡੰਡੀ ਰਹਿੰਦੀ ਖੂੰਹਦੀ ਕਸਰ ਨਵੇਂ ਖੇਤੀ ਕਾਨੂੰਨਾਂ ਦੇ ਪ੍ਰਤੀਕਰਮ ਵਜੋਂ ਸ਼ੁਰੂ ਹੋਏ ਕਿਸਾਨ ਸੰਘਰਸ਼ ਨੇ ਕੱਢ ਦਿੱਤੀ ਹੈ। ਡੰਡੀ ਲੰਮੇ ਸਮੇਂ ਤੱਕ ਰੇਲ ਗੱਡੀਆਂ ਦਾ ਬੰਦ ਹੋਣਾ, ਆਉਣ ਅਤੇ ਜਾਣ ਲਈ ਸਾਮਾਨ ਦੀ ਢੋਆ ਢੁਆਈ ਦਾ ਇੱਕ ਤਰ੍ਹਾਂ ਨਾਲ ਠੱਪ ਹੋ ਜਾਣਾ, ਟੋਲ ਨਾਕਿਆਂ ਦਾ ਮੁਫਤ ਹੋ ਜਾਣਾ ਅਤੇ ਵੱਡੇ ਅਦਾਰਿਆਂ ਦੇ ਬੰਦ ਹੋਣ ਨੇ ਸੂਬੇ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ। ਡੰਡੀ ਪੈਦਾ ਹੋਏ ਹਾਲਾਤ ਨਾਲ ਪਏ ਲੱਖਾਂ ਕਰੋੜਾਂ ਦੇ ਘਾਟੇ ਦੀ ਪੂਰਤੀ ਛੇਤੀ ਕੀਤਿਆਂ ਹੋਣੀ ਮੁਸ਼ਕਲ ਹੈ। ਡੰਡੀ ਆਉਂਦੇ ਸਮੇਂ ਵਿੱਚ ਵੀ ਕਿਸੇ ਠੋਸ ਸਰਗਰਮੀ ਦੇ ਚੱਲਣ ਦੀ ਸੰਭਾਵਨਾ ਮੱਧਮ ਨਜ਼ਰ ਆ ਰਹੀ ਹੈ। ਡੰਡੀ ਹੌਲੀ ਹੌਲੀ ਬੁਨਿਆਦੀ ਢਾਂਚੇ ਦਾ ਰੱਖ ਰਖਾਅ ਅਤੇ ਉਸਾਰੀ ਘਟਦੀ ਜਾ ਰਹੀ ਹੈ। ਡੰਡੀ ਪਰ ਸਰਕਾਰ ਆਪਣੀ ਪਹਿਲੀ ਚਾਲੇ ਹੀ ਤੁਰਦੀ ਨਜ਼ਰ ਆ ਰਹੀ ਹੈ। ਡੰਡੀ ਹੁਣ ਆਖਰੀ ਸਾਲ ਹੋਣ ਕਰਕੇ ਇਸ ਦਿਸ਼ਾ ਵਿੱਚ ਉਸ ਨੇ ਤੇਜ਼ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਡੰਡੀ ਇਸੇ ਲਈ ਉਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਅਤੇ ਸਹੂਲਤਾਂ ਦੀ ਝੜੀ ਲਗਾਈ ਗਈ ਹੈ। ਡੰਡੀ ਅਜਿਹੇ ਐਲਾਨ ਨਵੀਆਂ ਚੋਣਾਂ ਕਰਵਾਏ ਜਾਣ ਤੋਂ ਪਹਿਲਾਂ ਹੀ ਸਿਆਸਤਦਾਨਾਂ ਨੂੰ ਯਾਦ ਆਉਂਦੇ ਹਨ। ਡੰਡੀ 4 ਸਾਲ ਪਹਿਲਾਂ ਵੀ ਅਜਿਹਾ ਹੀ ਦ੍ਰਿਸ਼ ਦੇਖਣ ਨੂੰ ਮਿਲਿਆ ਸੀ। ਡੰਡੀ ਅਜਿਹੇ ਹੀ ਐਲਾਨਾਂ ਰੂਪੀ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ। ਡੰਡੀ ਹੁਣ ਦੇ ਐਲਾਨਾਂ ਨੂੰ ਇਹਨਾਂ ਦੇ ਪਿਛੋਕੜ ਵਿੱਚ ਹੀ ਦੇਖਿਆ ਜਾ ਸਕਦਾ ਹੈ। ਡੰਡੀ ਅਮਲੀ ਰੂਪ ਵਿੱਚ ਉਸ ਸਮੇਂ ਕੀਤੇ ਗਏ ਵਾਅਦੇ ਕਿੰਨੇ ਕੁ ਪੂਰੇ ਕੀਤੇ ਜਾ ਸਕੇ ਅਤੇ ਠੋਕ ਵਜਾ ਕੇ ਕੀਤੇ ਗਏ ਦਾਅਵੇ ਕਿੰਨੇ ਕੁ ਸਫਲ ਹੋਏ, ਇਸ ਸਮੇਂ ਅਜਿਹੀ ਗਿਣਤੀ ਮਿਣਤੀ ਵੀ ਕੀਤੀ ਜਾਣੀ ਬਣਦੀ ਹੈ। ਡੰਡੀ ਗੱਲ ਮੌਜੂਦਾ ਸਰਕਾਰ ਦੀ ਨਹੀਂ, ਗੱਲ ਪਿਛਲੇ ਦਹਾਕਿਆਂ ਵਿੱਚ ਬਣੀਆਂ ਸਰਕਾਰਾਂ ਦੀ ਵੀ ਹੈ। ਡੰਡੀ ਸਟਾਰਟ। ਗੱਲ ਮੌਜੂਦਾ ਸਰਕਾਰ ਦੀ ਨਹੀਂ, ਗੱਲ ਪਿਛਲੇ ਦਹਾਕਿਆਂ ਵਿੱਚ ਬਣੀਆਂ ਸਾਰੀਆਂ ਸਰਕਾਰਾਂ ਦੀ ਵੀ ਹੈ। ਡੰਡੀ ਸਾਡੇ ਸਿਆਸਤਦਾਨ ਦਰਿਆ ਦਿਲ ਹੋ ਕੇ ਮੁਫਤ ਰਿਆਇਤਾਂ ਦੇਣ ਦੇ ਮਾਹਰ ਮੰਨੇ ਜਾ ਸਕਦੇ ਹਨ। ਡੰਡੀ ਇਹਨਾਂ ਰਿਆਇਤਾਂ ਲਈ ਕਿੰਨਾ ਸਾਧਨਾਂ ਤੋਂ ਧਨ ਰਾਸ਼ੀ ਇਕੱਤਰ ਕੀਤੀ ਜਾਣੀ ਹੈ, ਇਸ ਦੀ ਪਹਿਲਾਂ ਕਿਸੇ ਤਰ੍ਹਾਂ ਦੀ ਕਦੀ ਯੋਜਨਾਬੰਦੀ ਨਹੀਂ ਕੀਤੀ ਜਾਂਦੀ। ਡੰਡੀ ਜਿਸ ਵਰਗ ਦਾ ਵੀ ਦਬਾਅ
पै गया उस संबंधी तत्थां दे आधार ते नहीं, सगों हवा दा रुख वेख के फैसले कीते जांदे रहे हन। डंडी अज इन्हां सरकारां दियां कारगुजारियां करके सूबा होरां सूबियां दे मुकाबले विच किते थल्ले चला गया है। डंडी हस्पतालों की हालत खस्ता है। डंडी पानी ते हवा बुरी तरह प्रदूषित हो चुके हैं। डंडी सनतां दा भट्ठा बैठ गया है। डंडी हर वर्ग आपो अपने हित साधन लई ही सरगर्म होया विखाई दिंदा है। डंडी सरकारी नीतियां किसी भी तरह कल्याणकारी नहीं रहियां, क्योंकि हेठां तो लैके उपर तक भ्रिष्टाचार दा बोलबाला है। डंडी सियासी बदलाखोरी दी भावना होर भी तेज़ अते तिखी होई जापदी है। डंडी आउंदे समय विच इस नाल माहौल बेहद खराब होने की संभावना बन गई है। डंडी इसे लई अज सूबा करजे दे दरिया विच गोते खांदा ही नज़र नहीं आ रहा, सगों डुबदा जा रहा है। डंडी पिछले कई दहाकियां तो लगातार इस दे सिर ते चढ़ रहे करजे दी पंड सरकार दियां नाकस नीतियां नाल होर भी भारी हुंदी दिखाई दे रही है, जिस नूं कदों अते किवें लाहिया जा सकेगा इस बारे तां कुछ भी कहना मुश्किल है। पर तरसयोग हालात ये है कि ब्याज तारन लई भी करजा लिया जा रहा है अते सरकारी जायदादां धड़ा धड़ वेचियां जा रहीआं हन। डंडी इस समय सियासतदानां नूं भी अते समाज नूं भी बेहद गंभीर हो के सोचण दी जरूरत होवेगी। डंडी कोई सांझी जाबते वाली सोच अते योजनाबंदी ही दलदल विच फसे अते लगातार धसदे जा रहे सूबे नूं किसी तरह बाहर कड्ढण विच सहाई हो सकती है, पर सानू इस दी संभावना घट ही नज़र आउंदी है। डंडी ये गल होर भी वड्डी निराशा दी जन्मदाती बनती जा रही है। डंडी सिखरां ते पहुँचे किसानी संघर्ष नूं तार पीडो करन लई सरकार नवें नवें हथ कंडे वरत रही है। डंडी वार वार मीटिंगां रख रही है। डंडी झूठे धरवासियां राही किसान मजदूरां नूं थकाउण दी मनशा नाल संघर्ष नूं लम्मा खिंच रही है। डंडी जो ना तां सरकार दे हित विच है ते ना ही देश दी जनता दे। डंडी सरकार नूं भुलना नहीं चाहिदा, उस नूं लोकां नूं चुनिया है। डंडी हर नागरिक नूं समय दी सरकार तो चंगियां उम्मीदां हन। डंडी सत्ता दे नशे च लिप्त हुई सरकार खेती कानूनां नूं वकार ना बनावे। डंडी सरकार नूं याद रखना चाहिदा है कि किसान मजदूरां दे दिल्ली चलो दे एक सद्दे नूं देश भर चों वड्डा हुंगारा मिलिया है। डंडी दिते गए देश बंद नूं भी सब ने स्वीकार किया है। डंडी पर दूजे पासे सरकार दे नापक्षी रवैये कारण देश भर च तलखी भरिया माहौल पैदा हुंदा जा रहा है। डंडी अज किसानी संघर्ष लहर बन के इतिहास सिरजदा जा रहा है। डंडी हुण समा है कि सरकार हिंड छड्ड के खेती कानून वापस लवे। डंडी मोदी सरकार द्वारा रसोई गैस सिलेंडर पेट्रोल अते डीजल दियां कीमतां च कीता जा रहा वाधा
देख के तां इंज प्रतीत हो रहा है जिवें केंद्र सरकार देश दे लोकां दा आर्थिक तौर ते दिवाला ही कढ़ना चाहुंदी है। डैंडी उक्त चीज़ां दे मुੱਲ ਵਧਾ के सरकार कारपोरेट घराणिਆਂ ਨੂੰ लाभ पहुँचा रही है जद कि आवाम दी जेब ते असह बोझ पाया जा रहा है। डैंडी डीजल पेट्रोल ते रसोई गैस दे रेट असमानी चढ़न कारण समुचे देश दे लोकां च हाहाकार मची हुई है जिस करके देश दे वड्डी गिणती लोकां नूं भाजपा दी अगवाई वाली केंद्र सरकार खिलाफ रोस प्रदर्शन करने पै रहे हैं। डैंडी पर मोदी सरकार दे कंन ते जूं तक नहीं सरक रही। डैंडी असीं केंद्र सरकार नूं पुरजोर अपील करते हाँ कि रसोई गैस डीजल ते पेट्रोल दियां ਵਧਾਈਆਂ कीमतां तुरंत घट कीतियां जाण तां जो पहलां तो ही अत दी महंगाई दी मार झल रहे देश दे बेकसूर लोकां नूं आर्थिक पक्षों कुछ सुख दा साह आ सके। डैंडी केंद्र सरकार दियां मारू नीतियां दे खिलाफ अज देश दा अन्नदाता दिल्ली दियां बरूहां ते बैठा अंदोलन कर रहा है। डैंडी अज ये अंदोलन जन अंदोलन बन गया है। डैंडी खेती विशा जो सूबियां दा विशा है फिर केंद्र सरकार ने सूबियां तो उल्ट चल के बिना सलाह मशवरा कीते खेती बिल क्यों बनाए। डैंडी तकरीबन खेती मंत्री नाल किसानां दियां 11 मीटिंगां होईयां जो तकरीबन बेसिट्टा ही रहीआं। डैंडी पहले ही दिन तो केंद्री खेतीबाड़ी मंत्री इन्हां बिल्लां दी वकालत करदे आ रहे हैं। डैंडी ਸਿਖਰਾਂ ਤੇ ਪਹੁੰਚੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸਰਕਾਰ ਨਵੇਂ ਹੱਥ ਕੰਡੇ ਵਰਤ ਰਹੀ ਹੈ। ਡੰਡੀ ਵਾਰ ਮੀਟਿੰਗਾਂ ਰੱਖ ਰਹੀ ਹੈ। ਡੰਡੀ ਝੂਠੇ ਧਰਵਾਸਿਆਂ ਰਾਹੀਂ ਕਿਸਾਨ ਮਜ਼ਦੂਰਾਂ ਨੂੰ ਥਕਾਉਣ ਦੇ ਮਨਸ਼ਾ ਨਾਲ ਸੰਘਰਸ਼ ਨੂੰ लम्मा खिच रही है। डंडी जो ना तो सरकार दे हित विच है ते ना ही देश दी जनता दे। डंडी सरकार नूं भुलना नहीं चाहिदा उस नूं लोकां नूं चुनिया है। डंडी हर नागरिक नूं समय दी सरकार तो चंगियां उम्मीदां हुंदियां हन। डंडी सत्ता दे नशे च लिप्त हुई सरकार खेती कानूनां नूं वकार ना बनावे। डंडी सरकार नूं याद रखना चाहिदा है कि किसान मजदूरां दे दिल्ली चलो दे एक सद्दे नूं देश भर चों वड्डा हुंगारा मिलिया है। डंडी दिते गए देश बंद नूं भी सब ने स्वीकार किया है। डंडी पर दूजे पासे सरकार दे नापखे रवैये कारण देश भर च तलखी भरिया माहौल पैदा हुंदा जा रहा है। डंडी अज किसानी संघर्ष लहर बन के इतिहास सिरजदा जा रहा है। डंडी हुण समा है कि सरकार हिंड छड्ड के खेती कानून वापस लवे। डंडी पिछले कई दिनों तो पेट्रोल डीजल अते रसोई गैस दियां कीमतां लगातार वध रहीआं हन। डंडी बीते फरवरी महीने घरेलू रसोई गैस सिलेंडर दी कीमत विच 3 वार वाधा होण दे बाद मार्च महीने दी 1 तरीक तो फिर रसोई गैस सिलेंडर दी कीमत वधन करके सिलेंडर
850 रुपए तो पार हो गया है ਅਤੇ ਜੋ ਸਬਸਿਡੀ 200 ਰੁਪਏ ਦੇ ਕਰੀਬ ਰਹੀ ਸੀ ਹੁਣ ਸਿਰਫ 20 ਰੁਪਏ ਦੇ ਲਗਭਗ ਆ ਰਹੀ ਹੈ ਅਤੇ ਪੈਟਰੋਲ ਡੀਜ਼ਲ ਦੇ ਰੇਟ ਵਧਣ ਦੇ ਨਾਲ ਨਾਲ ਹਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਜਿਸ ਤੋਂ ਜਨਤਾ ਪਰੇਸ਼ਾਨ ਹੈ ਅਤੇ ਜਨਤਾ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਅਜਿਹੇ ਚੰਗੇ ਦਿਨਾਂ ਦੀ ਕਦੇ ਉਮੀਦ ਨਹੀਂ ਕੀਤੀ ਸੀ। ਡੰਡੀ ਭਰਾ ਅੱਜ ਮਹਿੰਗਾਈ ਦੇ ਯੁੱਗ ਦੀ ਗੱਲ ਕਰੀਏ ਤਾਂ ਸਾਈਕਲ ਦੀ ਸਵਾਰੀ ਸਭ ਤੋਂ ਸਸਤੀ ਹੈ। ਡੰਡੀ ਦਵਾਈ ਦੀ ਦਵਾਈ ਤੇ ਮਠਿਆਈ ਦੀ ਮਠਿਆਈ ਨਾਲੇ ਸਿਹਤ ਠੀਕ ਤੇ ਨਾਲੇ ਖਰਚਾ ਘੱਟ। ਡੰਡੀ ਅੱਜ ਮਸ਼ੀਨਰੀ ਦੇ ਯੁੱਗ ਵਿੱਚ ਡਾਕਟਰਾਂ ਨੇ ਵੀ ਇਹ ਗੱਲ 'ਤੇ ਸਹਿਮਤੀ ਪ੍ਰਗਟਾਈ ਹੈ ਕਿ ਸਰੀਰਕ ਕਸਰਤ ਲਈ ਸਾਈਕਲ ਰੋਜ਼ਾਨਾ ਚਲਾਓ ਕਿਉਂਕਿ ਇਹ ਹਰ ਇੱਕ ਵਿਅਕਤੀ ਦੀ ਪਹੁੰਚ ਵਿੱਚ ਹੈ। ਡੰਡੀ ਚਾਹੇ ਕੋਈ ਗਰੀਬ ਹੋਵੇ ਜਾਂ ਅਮੀਰ ਤਕੜੇ ਦਾ ਸ਼ੌਕ ਤੇ ਗਰੀਬ ਦਾ ਰੁਜ਼ਗਾਰ ਵੀ ਹੈ। ਡੰਡੀ ਮਹਿੰਗਾਈ ਦੇ ਦੌਰ ਵਿੱਚ ਸਾਈਕਲ ਵੀ ਦੀ ਮੰਗ ਵੱਧ ਰਹੀ ਹੈ। ਡੰਡੀ ਸਾਡੇ ਮੰਤਰੀ ਵੱਡੇ ਵੱਡੇ ਅਫਸਰ ਖੁਦ ਡਾਕਟਰ ਸਾਹਿਬਾਨ ਵੀ ਸਾਈਕਲ ਨੂੰ ਹੋਰ ਸਾਧਨਾਂ ਨਾਲੋਂ ਪਹਿਲ ਦੇ ਰਹੇ ਹਨ। ਡੰਡੀ ਸਾਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸਾਈਕਲ ਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ ਕਿ ਅਸੀਂ ਸਰੀਰਕ ਤੌਰ 'ਤੇ ਆਰਥਿਕ ਤੌਰ 'ਤੇ ਫਿੱਟ ਰਹਿ ਸਕੀਏ। ਡੰਡੀ ਬੰਗਾਲ ਦੀ ਚੋਣ ਰਾਜਨੀਤੀ ਇਸ ਸਮੇਂ ਇੱਕ ਬੁਝਾਰਤ ਜਿਹੀ ਬਣੀ ਹੋਈ ਹੈ। ਡੰਡੀ ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਤੋਂ ਜੋ ਸਮਝ ਨਿਕਲ ਕੇ ਸਾਹਮਣੇ ਆਉਂਦੀ ਹੈ ਉਸ ਅਨੁਸਾਰ ਅੱਜ ਦੀ ਤਰੀਕ ਤੱਕ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਪੂਰਾ ਬਹੁਮਤ ਮਿਲ ਸਕਦਾ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਅਸਾਧਾਰਨ ਉਭਾਰ 100 ਸੀਟਾਂ ਦੇ ਨੇੜੇ ਤੇੜੇ ਰੁਕ ਸਕਦਾ ਹੈ। ਡੰਡੀ ਪਰ ਇਹ ਅਨੁਮਾਨ ਸ਼ੁਰੂਆਤੀ ਕਿਸਮ ਦਾ ਹੈ। ਡੰਡੀ ਬਾਜੀ ਪੂਰੀ ਤਰ੍ਹਾਂ ਨਾਲ ਪਲਟ ਸਕਦੀ ਹੈ ਅਤੇ ਮਮਤਾ ਬੈਨਰਜੀ ਨੂੰ ਭਾਜਪਾ ਦੇ ਹੱਥੋਂ ਹਾਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਡੰਡੀ ਨਤੀਜਾ ਦੋਵਾਂ ਵਿੱਚੋਂ ਕੋਈ ਵੀ ਹੋਵੇ ਉਸ ਨਾਲ ਕੌਮੀ ਰਾਜਨੀਤੀ 'ਤੇ ਗਹਿਰਾ ਪ੍ਰਭਾਵ ਪਵੇਗਾ। ਡੰਡੀ ਜੇਕਰ ਮਮਤਾ ਦੀ ਵਾਪਸੀ ਹੋਈ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਪਹਿਲਾਂ ਤੋਂ ਜਾਰੀ ਸੰਕਟਾਂ ਵਿੱਚ ਹੋਰ ਜ਼ਿਆਦਾ ਫਸ ਜਾਏਗੀ। ਡੰਡੀ ਦਿੱਲੀ ਨੂੰ 3 ਪਾਸਿਆਂ ਤੋਂ ਘੇਰਨ ਵਾਲੇ ਕਿਸਾਨ ਸੰਗਠਨ ਹੋਰ ਵੀ ਦ੍ਰਿੜਤਾ ਨਾਲ ਤਿੰਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰਦੇ ਹੋਏ ਦਿਖਾਈ ਦੇਣਗੇ। ਡੰਡੀ ਨਾ ਸਿਰਫ ਇਹ ਸਗੋਂ ਉਹਨਾਂ ਨੂੰ ਮਿਲਣ ਵਾਲੇ ਸਮਰਥਨ ਦੀ ਮਾਤਰਾ ਅਤੇ ਕੁਆਲਿਟੀ ਵਿੱਚ ਵੀ ਜ਼ਬਰਦਸਤ ਵਾਧਾ ਹੋਵੇਗਾ। ਡੰਡੀ ਪਰ ਜੇਕਰ ਭਾਜਪਾ ਨੇ ਬੰਗਾਲ ਦਾ ਮੋਰਚਾ ਜਿੱਤ ਲਿਆ ਤਾਂ ਹਾਲਾਤ ਇੱਕ ਵਾਰ ਫਿਰ ਨਰਿੰਦਰ ਮੋਦੀ ਦੇ ਪੱਖ ਵਿੱਚ ਝੁਕ ਜਾਣਗੇ। ਡੰਡੀ ਉਹਨਾਂ ਕੋਲ ਕਹਿਣ ਲਈ ਬਹੁਤ ਕੁਝ ਹੋਵੇਗਾ। ਡੰਡੀ ਉਹਨਾਂ ਦੀ ਸਰਕਾਰ ਇੱਕ ਵਾਰ ਫਿਰ ਦੇਸ਼ ਸਾਹਮਣੇ ਆਪਣੀ ਉੱਚੀ ਰਾਜਨੀਤਿਕ ਜਾਇਜ਼ਤਾ ਦਾ ਦਾਅਵਾ ਕਰ ਸਕੇਗੀ। ਡੰਡੀ ਉਸ ਸਥਿਤੀ ਵਿੱਚ ਕਿਸਾਨ ਅੰਦੋਲਨ ਨੂੰ ਅਤੇ ਨਾਲ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਆਪਣੀਆਂ ਲੰਮੇ ਸਮੇਂ ਦੀਆਂ
ਰਣਨੀਤੀਆਂ 'ਤੇ ਮੁੜ ਵਿਚਾਰ ਕਰਨਾ ਪੈ ਸਕਦਾ ਹੈ। ਡੰਡੀ ਜੇਕਰ ਸਭ ਕੁਝ ਭਾਜਪਾ ਅਤੇ ਉਸ ਦੀਆਂ ਯੋਜਨਾਵਾਂ ਅਨੁਸਾਰ ਹੋਇਆ ਤਾਂ 2 ਮਈ ਦੀ ਤਰੀਕ ਮੋਦੀ ਸਰਕਾਰ ਲਈ ਕਈ ਮੁਸ਼ਕਲਾਂ ਦਾ ਹੱਲ ਸਾਬਤ ਹੋਵੇਗੀ। ਡੰਡੀ ਸ਼ਰਤ ਇਹ ਹੈ ਕਿ ਇਸ ਦਿਨ ਆਉਣ ਵਾਲੇ ਚੋਣ ਨਤੀਜਿਆਂ ਵਿੱਚ ਭਾਜਪਾ ਇੱਕ ਵਾਰ ਫਿਰ ਅਸਾਮ ਵਿੱਚ ਸਰਕਾਰ ਬਣਾਉਂਦੀ ਹੋਈ ਦਿਖਾਈ ਦੇਵੇ। ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਹਰਾ ਕੇ ਕਮਾਲ ਦਾ ਨਤੀਜਾ ਕੱਢੇ। ਪੁਡੂਚੇਰੀ ਵਿੱਚ ਉਸ ਦਾ ਗੱਠਜੋੜ ਸਹੁੰ ਚੁੱਕੇ। ਤਾਮਿਲਨਾਡੂ ਵਿੱਚ ਉਸ ਦੇ ਗੱਠਜੋੜ ਭਾਈਵਾਲ ਨੂੰ ਸੱਤਾ ਮਿਲੇ ਅਤੇ ਕੇਰਲ ਦੀ ਵਿਧਾਨ ਸਭਾ ਵਿੱਚ ਉਸ ਦੀ ਮੌਜੂਦਗੀ ਪਹਿਲਾਂ ਨਾਲੋਂ ਬਿਹਤਰ ਹੋਵੇ। ਪਰ ਕੀ ਅਜਿਹਾ ਹੋ ਸਕਦਾ ਹੈ? ਭਾਵੇਂ ਦੱਖਣੀ ਭਾਰਤ ਵਿੱਚ ਉਸ ਦੀਆਂ ਉਮੀਦਾਂ ਪੂਰੀਆਂ ਨਾ ਹੋਣ, ਭਾਜਪਾ ਦੇ ਰਣਨੀਤੀਕਾਰ ਇੰਨਾ ਤਾਂ ਘੱਟੋ ਘੱਟ ਚਾਹੁਣਗੇ ਹੀ ਕਿ ਅਸਾਮ ਵਿੱਚ ਉਸ ਦੀ ਵਾਪਸੀ ਹੋਵੇ ਅਤੇ ਬੰਗਾਲ ਵਿੱਚ ਕਮਲ ਦਾ ਝੰਡਾ ਲਹਿਰਾਏ। ਡੰਡੀ ਪਰ ਜੇਕਰ ਅਸਾਮ ਅਤੇ ਬੰਗਾਲ ਵਿੱਚੋਂ ਚੋਣ ਕਰਨ ਲਈ ਕਿਹਾ ਜਾਵੇ ਤਾਂ ਭਾਜਪਾ ਅਸਾਮ ਵਿੱਚ ਆਪਣੇ ਨੁਕਸਾਨ ਦੀ ਕੀਮਤ 'ਤੇ ਬੰਗਾਲ ਦੀ ਚੋਣ ਜਿੱਤਣਾ ਪਸੰਦ ਕਰੇਗੀ। ਡੰਡੀ ਭਾਵ ਭਾਜਪਾ ਦੀ ਸਾਰੀ ਰਾਜਨੀਤਿਕ ਇੱਛਾ ਦਾ ਕੇਂਦਰ ਬੰਗਾਲ ਹੈ। ਡੰਡੀ ਸਿਰਫ ਇੱਕ ਵਾਰ ਜਿੱਤ ਚੁੱਕੇ ਅਸਾਮ ਨੂੰ ਜਿੱਤਣ ਨਾਲ ਕੁਝ ਨਹੀਂ ਹੋਣ ਵਾਲਾ। ਡੰਡੀ ਦਰਅਸਲ ਇਸ ਸਮੇਂ ਭਾਜਪਾ ਦੇ ਸਾਰੇ ਰੋਗਾਂ ਦੀ ਵੈਕਸੀਨ ਬੰਗਾਲ ਦੀ ਚੋਣ ਜਿੱਤਣ ਵਿੱਚ ਹੈ। ਡੰਡੀ ਇਸ ਲਈ ਉਸ ਨੇ ਸਾਰੇ ਸਾਧਨ, ਸਾਰੇ ਨੇਤਾ, ਸਾਰੀਆਂ ਰਾਜਨੀਤੀਆਂ ਅਤੇ ਸਾਰੇ ਢੰਗ ਤਰੀਕੇ ਬੰਗਾਲ ਵਿੱਚ ਹੀ ਲਗਾ ਦਿੱਤੇ ਹਨ। ਡੰਡੀ ਸਟਾਰਟ ਇਸ ਦਾ ਮੁੱਖ ਕਾਰਨ ਇਹ ਹੈ ਕਿ ਮੋਦੀ ਸਰਕਾਰ ਇਸ ਸਮੇਂ ਜਿਸ ਤਰ੍ਹਾਂ ਚਾਰੇ ਪਾਸਿਆਂ ਤੋਂ ਸੰਕਟ ਵਿੱਚ ਘਿਰੀ ਹੋਈ ਹੈ, ਉਸ ਦਾ ਇਲਾਜ ਸਿਰਫ ਇੱਕ ਜ਼ਬਰਦਸਤ ਚੋਣ ਜਿੱਤ ਨਾਲ ਹੀ ਹੋ ਸਕਦਾ ਹੈ। ਡੰਡੀ ਇਹ ਠੀਕ ਉਹੀ ਸਥਿਤੀ ਹੈ ਜਿਵੇਂ ਮੋਦੀ ਦੇ ਪਹਿਲੇ ਕਾਰਜਕਾਲ ਵਿੱਚ 2015 ਵਿੱਚ ਪੈਦਾ ਹੋਈ ਸੀ। ਡੰਡੀ ਦਿੱਲੀ ਅਤੇ ਬਿਹਾਰ ਦੀ ਚੋਣ ਵਿੱਚ ਅਪਮਾਨਜਨਕ ਹਾਰ ਤੋਂ ਬਾਅਦ ਸਲਾਹਕਾਰ ਮੰਡਲ ਦੇ ਠੰਡੇ ਬਸਤੇ ਵਿੱਚ ਪਏ ਬਜ਼ੁਰਗ ਨੇਤਾ ਵੀ ਆਵਾਜ਼ ਉਠਾਉਣ ਲੱਗੇ ਸਨ। ਡੰਡੀ ਉਹਨਾਂ ਦੇ ਬਿਆਨਾਂ ਨਾਲ ਪਾਰਟੀ ਵਿੱਚ ਭੱਜ ਦੌੜ ਮਚ ਗਈ ਸੀ। ਡੰਡੀ ਕਿਸੇ ਤਰੀਕੇ ਨਾਲ ਉਸ ਸੰਕਟ ਦਾ ਇਲਾਜ ਕੀਤਾ ਗਿਆ। ਡੰਡੀ ਪਰ ਸਾਖ ਡਿੱਗਣ ਦਾ ਡਰ ਸਿਰ 'ਤੇ ਮੰਡਰਾਉਂਦਾ ਰਿਹਾ। ਡੰਡੀ ਫਿਰ ਆਇਆ 2017 ਅਤੇ ਉੱਤਰ ਪ੍ਰਦੇਸ਼ ਵਿੱਚ ਲਗਭਗ 2 ਦਹਾਕਿਆਂ ਬਾਅਦ ਭਾਜਪਾ ਨੇ ਅਸਾਧਾਰਨ ਸਵਾ 300 ਸੀਟਾਂ ਜਿੱਤ ਕੇ ਸੰਕਟ ਤੋਂ ਛੁਟਕਾਰਾ ਪ੍ਰਾਪਤ ਕਰ ਲਿਆ। ਡੰਡੀ ਮੋਦੀ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਡੰਡੀ ਇੱਕ ਤਰ੍ਹਾਂ ਨਾਲ ਅੱਜ ਦਾ ਸੰਕਟ 2015 ਤੋਂ ਵੀ ਵੱਡਾ ਹੈ। ਡੰਡੀ ਕਿਸਾਨਾਂ ਨੇ ਦਿੱਲੀ ਦਾ ਇਤਿਹਾਸਕ ਘੇਰਾ ਪਾਇਆ ਹੋਇਆ ਹੈ। ਡੰਡੀ ਪਿਛਲੇ 3 ਮਹੀਨਿਆਂ ਤੋਂ ਹਰ ਰੋਜ਼ ਮੋਦੀ ਸਰਕਾਰ ਦੇ ਦਬਦਬੇ ਨੂੰ ਖੁੱਲ੍ਹੀ ਚੁਣੌਤੀ ਮਿਲ ਰਹੀ ਹੈ ਅਤੇ ਸਰਕਾਰ ਲਾਜਵਾਬ ਹੈ। ਡੰਡੀ ਹੌਲੀ ਹੌਲੀ ਆਰਥਿਕ ਮੰਗਾਂ ਤੋਂ ਸ਼ੁਰੂ ਹੋਇਆ ਅੰਦੋਲਨ ਭਾਜਪਾ ਵਿਰੋਧੀ ਸਮਾਜਿਕ ਗੋਲਬੰਦੀ ਵਿੱਚ ਬਦਲਦਾ ਜਾ ਰਿਹਾ ਹੈ। ਡੰਡੀ ਸਰਕਾਰੀ ਅੰਕੜਿਆਂ ਨੂੰ ਜੇਕਰ ਸਹੀ ਮੰਨੀਏ ਤਾਂ GDP ਸਿਰਫ 4% ਹੀ
है डंडी। मालीए दी आमदनी भी गिरावट वल है, इस ਲਈ ਪੈਟਰੋਲ, ਡੀਜ਼ਲ, ਗੈਸ ਅਤੇ ਰੇਲਵੇ ਦੀਆਂ ਟਿਕਟਾਂ ਰਾਹੀਂ ਜਨਤਾ ਦੀ ਜੇਬ 'ਚੋਂ ਪੈਸਾ ਖਿੱਚਿਆ ਜਾ ਰਿਹਾ ਹੈ ਡੰਡੀ। ਇਸ ਦੀ ਹੱਦ ਕਿੱਥੇ ਹੈ, ਇਹ ਅਜੇ ਤੱਕ ਸਰਕਾਰ ਤੈਅ ਨਹੀਂ ਕਰ ਸਕੀ ਡੰਡੀ। ਵਿਦੇਸ਼ ਨੀਤੀ ਨੂੰ ਤਾਂ ਪਿਛਲੇ ਕਾਫੀ ਸਮੇਂ ਤੋਂ ਚੀਨੀ ਅਤੇ ਨੇਪਾਲੀ ਰੋਗ ਲੱਗਾ ਹੋਇਆ ਹੈ ਡੰਡੀ। ਭਾਜਪਾ ਪਿਛਲੀਆਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਜਿੱਤੇਗੀ, ਇਸ ਦੀ ਉਸ ਸਮੇਂ ਕੋਈ ਗਰੰਟੀ ਨਹੀਂ ਸੀ ਡੰਡੀ। ਠੀਕ ਉਸੇ ਤਰ੍ਹਾਂ ਬੰਗਾਲ ਚੋਣਾਂ ਜਿੱਤਣ ਦੀ ਵੀ ਕੋਈ ਗਰੰਟੀ ਨਹੀਂ ਹੈ ਡੰਡੀ। ਇੱਕ ਤਰ੍ਹਾਂ ਨਾਲ ਇਹ ਜ਼ਿਆਦਾ ਮੁਸ਼ਕਲ ਹੈ ਡੰਡੀ। ਚੁਣੌਤੀਆਂ ਤਿੰਨ ਤਰ੍ਹਾਂ ਦੀਆਂ ਹਨ ਡੰਡੀ। ਪਹਿਲੀ, ਭਾਜਪਾ ਨੂੰ ਆਪਣਾ ਲੋਕ ਸਭਾ ਦਾ ਪ੍ਰਦਰਸ਼ਨ ਵਿਧਾਨ ਸਭਾ ਚੋਣਾਂ ਵਿੱਚ ਦੁਹਰਾਉਣ ਦੀ ਗਰੰਟੀ ਕਰਨੀ ਹੋਵੇਗੀ ਡੰਡੀ। ਮੁਸ਼ਕਲ ਇਹ ਹੈ ਕਿ ਸੂਬਿਆਂ ਵਿੱਚ ਭਾਜਪਾ ਦੇ ਵੋਟ ਲੋਕ ਸਭਾ ਦੇ ਮੁਕਾਬਲੇ 10-12% ਡਿੱਗ ਜਾਂਦੇ ਹਨ ਡੰਡੀ। ਉੱਤਰ ਪ੍ਰਦੇਸ਼ ਹੀ ਇਸ ਨਿਯਮ ਦਾ ਅਪਵਾਦ ਹੈ ਕਿ ਦੂਜਾ ਅਪਵਾਦ ਪੱਛਮੀ ਬੰਗਾਲ ਹੋਵੇਗਾ। ਦੂਜੀ, ਕਾਂਗਰਸ ਅਤੇ ਮਾਰਕਸੀ ਪਾਰਟੀ ਦੇ ਗੱਠਜੋੜ ਨੂੰ ਚੋਣ ਲੜਾਈ ਨੂੰ ਤਿੰਨ ਤਰਫਾ ਬਣਾਉਣ ਤੋਂ ਰੋਕਣਾ ਹੋਵੇਗਾ ਡੰਡੀ। ਜੇਕਰ ਅਜਿਹਾ ਨਾ ਹੋਇਆ ਤਾਂ ਮਮਤਾ ਬੈਨਰਜੀ ਨੂੰ ਤੀਜੀ ਵਾਰ ਸਹੁੰ ਚੁੱਕਣ ਤੋਂ ਭਾਜਪਾ ਰੋਕ ਨਹੀਂ ਸਕੇਗੀ ਡੰਡੀ। ਤੀਸਰੀ, ਕਿਸੇ ਤਰ੍ਹਾਂ ਮਮਤਾ ਦੇ ਬਰਾਬਰ ਦਾ ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਦੀ ਕਮੀ ਦੀ ਪੂਰਤੀ ਕਰਨੀ ਹੋਵੇਗੀ ਡੰਡੀ। ਮੁਸ਼ਕਲ ਇਹ ਹੈ ਕਿ ਖੁਦ ਭਾਜਪਾ ਵੀ ਨਹੀਂ ਜਾਣਦੀ ਕਿ ਅਜਿਹਾ ਉਹ ਕਿਵੇਂ ਕਰ ਸਕੇਗੀ ਡੰਡੀ। ਇੱਕ ਵੱਡੇ ਅਤੇ ਉੱਘੇ ਬੰਗਾਲੀ ਚਿਹਰੇ ਦੀ ਖੋਜ ਵਿੱਚ ਭਾਜਪਾ ਨੂੰ ਕਈ ਦਰਵਾਜ਼ੇ ਖੜਕਾਉਣੇ ਪੈ ਰਹੇ ਹਨ ਡੰਡੀ। ਉਸਨੇ ਪਹਿਲਾਂ ਦਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ 'ਤੇ ਲਗਾਇਆ ਸੀ ਡੰਡੀ। ਕ੍ਰਿਕਟ ਕੰਟਰੋਲ ਬੋਰਡ ਦੀ ਰਾਜਨੀਤੀ ਵਿੱਚ ਗਾਂਗੁਲੀ ਨੂੰ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੇ ਨਾਲ ਸੰਪਰਕ ਵਿੱਚ ਰਹਿਣਾ ਪੈਂਦਾ ਹੈ ਡੰਡੀ। ਇਸੇ ਦਾ ਲਾਭ ਉਠਾਉਂਦਿਆਂ ਭਾਜਪਾ ਨੇ ਸੌਰਵ ਗਾਂਗੁਲੀ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਡੰਡੀ। ਪਰ ਅਜੇ ਤੱਕ ਬੰਗਾਲ ਟਾਈਗਰ ਅਤੇ ਪ੍ਰਿੰਸ ਆਫ ਕਲਕੱਤਾ ਦੇ ਨਾਂ ਨਾਲ ਮਸ਼ਹੂਰ ਇਸ ਸ਼ਾਨਦਾਰ ਖਿਡਾਰੀ ਨੇ ਭਾਜਪਾ ਦੇ ਪ੍ਰਸਤਾਵ 'ਤੇ ਹਾਂ ਨਹੀਂ ਕੀਤੀ ਡੰਡੀ। ਦਰਅਸਲ ਉਸ ਦੇ ਤਾਰ ਪਹਿਲਾਂ ਤੋਂ ਮਮਤਾ ਬੈਨਰਜੀ ਨਾਲ ਵੀ ਜੁੜੇ ਹੋਏ ਹਨ ਡੰਡੀ। ਇਸ ਤੋਂ ਬਾਅਦ ਭਾਜਪਾ ਨੇ ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਨਾਲ ਗੱਲਬਾਤ ਸ਼ੁਰੂ ਕੀਤੀ ਡੰਡੀ। ਮਿਥੁਨ ਤੋਂ ਭਾਜਪਾ ਨੂੰ ਵਧੇਰੇ ਹਾਂ ਪੱਖੀ ਹੁੰਗਾਰਾ ਮਿਲਿਆ ਡੰਡੀ। ਉਹਨਾਂ ਨੇ ਸੰਘ ਦੇ ਮੁਖੀ ਨਾਲ ਮੁਲਾਕਾਤ ਕੀਤੀ ਤੇ ਮੋਦੀ ਨਾਲ ਮਿਲਣ ਦੀ ਇੱਛਾ ਵੀ ਪ੍ਰਗਟ ਕੀਤੀ ਡੰਡੀ। ਭਾਜਪਾ ਦੀ ਇੱਛਾ ਸੀ ਕਿ ਜਦੋਂ 7 ਮਾਰਚ ਨੂੰ ਮੋਦੀ ਦੀ ਚੋਣ ਰੈਲੀ ਹੋਵੇ ਤਾਂ ਮੰਚ 'ਤੇ ਕੋਈ ਨਾ ਕੋਈ ਬੰਗਾਲੀ ਚਿਹਰਾ ਦਿਖਾਈ ਦੇਵੇ ਡੰਡੀ। ਮਿਥੁਨ ਨੂੰ ਭਾਜਪਾ ਵਿੱਚ ਸ਼ਾਮਲ ਕਰਵਾ ਕੇ ਮੰਚ 'ਤੇ ਲਿਆਉਣ ਦੇ ਆਪਣੇ ਮਕਸਦ ਵਿੱਚ ਭਾਜਪਾ ਕਾਮਯਾਬ ਰਹੀ ਹੈ ਡੰਡੀ। ਬੰਗਾਲ ਵਿੱਚ ਚੋਣਾਂ 8 ਪੜਾਵਾਂ ਵਿੱਚ ਹੋਣਗੀਆਂ ਡੰਡੀ। ਇਸ ਲਿਹਾਜ਼ ਨਾਲ ਰਾਜਨੀਤਿਕ ਦਲਾਂ ਨੇ ਆਪਣੀ ਰਣਨੀਤੀ ਬਣਾਈ ਹੈ ਡੰਡੀ। ਭਾਜਪਾ ਨੇ ਪਹਿਲਾਂ 2 ਪੜਾਵਾਂ ਲਈ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਡੰਡੀ। ਚੋਣ ਜ਼ਮੀਨ ਦੀ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਦੀ ਰਾਏ ਹੈ ਕਿ ਮਮਤਾ ਬੈਨਰਜੀ ਦੀਆਂ
ਰਾਹਤ ਯੋਜਨਾਵਾਂ ਚੰਗਾ ਕੰਮ ਕਰਨ ਵਾਲੀਆਂ ਸਾਬਤ ਹੋਈਆਂ ਹਨ, ਪਰ ਸਿਰਫ ਇਹ ਉਹਨਾਂ ਨੂੰ ਚੋਣ ਨਹੀਂ ਜਿਤਾ ਸਕਣਗੀਆਂ। ਡੰਡੀ ਵੋਟਰ ਇੱਕ ਹੱਦ ਤੱਕ ਹੀ ਯੋਜਨਾਵਾਂ ਦੇ ਆਧਾਰ 'ਤੇ ਵੋਟ ਦੇਣ ਲਈ ਤਿਆਰ ਹੁੰਦੇ ਹਨ। ਡੰਡੀ ਉਹ ਤਬਦੀਲੀ ਲਈ ਵੀ ਵੋਟਾਂ ਪਾ ਸਕਦੇ ਹਨ। ਡੰਡੀ 1977 ਵਿੱਚ ਜਦੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਕਾਂਗਰਸ ਨੂੰ ਸੱਤਾ ਤੋਂ ਉਖਾੜਿਆ ਸੀ ਤਾਂ ਉਸ ਸਮੇਂ ਉਸ ਕੋਲ ਹਰ ਬੂਥ 'ਤੇ ਤੈਨਾਤ ਕਰਨ ਲਈ ਪੂਰੇ ਕਾਰਕੁਨ ਵੀ ਨਹੀਂ ਸਨ। ਡੰਡੀ ਇਸ ਤਰ੍ਹਾਂ ਜਦੋਂ ਮਮਤਾ ਨੇ ਮਾਰਕਸਵਾਦੀਆਂ ਦਾ ਤਖਤਾ ਪਲਟਿਆ ਸੀ ਤਾਂ ਉਸ ਕੋਲ ਵੀ ਮਾਰਕਸਵਾਦੀਆਂ ਵਰਗਾ ਸੰਗਠਨ ਨਹੀਂ ਸੀ। ਡੰਡੀ ਇਸ ਵਾਰ ਭਾਜਪਾ ਕੋਲ ਵੀ ਤ੍ਰਿਣਮੂਲ ਵਰਗਾ ਸੰਗਠਨ ਨਹੀਂ ਹੈ। ਡੰਡੀ ਪਰ ਲੋਕਾਂ ਨੇ ਜਿਸ ਨੂੰ ਵੋਟ ਪਾਉਣੀ ਹੈ ਉਸ ਨੂੰ ਪਾ ਦੇਣੀ ਹੈ। ਡੰਡੀ ਉਹ ਇਹ ਪ੍ਰਵਾਹ ਨਹੀਂ ਕਰਨਗੇ ਕਿ ਜਿਸ ਨੂੰ ਉਹ ਵੋਟ ਦੇ ਰਹੇ ਹਨ ਉਸ ਦੀ ਸੰਗਠਨਾਤਮਕ ਤਾਕਤ ਕਿੰਨੀ ਹੈ। ਡੰਡੀ ਦੂਰਦਰਸ਼ਨ ਦੇ ਦੇਸ਼ ਭਰ ਦੇ ਖੇਤਰੀ ਭਾਸ਼ਾਈ ਸੈਟਾਲਾਈਟ ਚੈਨਲਾਂ ਦੀ ਗਿਣਤੀ 19 ਹੈ। ਡੰਡੀ ਡੀਡੀ ਪੰਜਾਬੀ ਉਹਨਾਂ ਵਿੱਚੋਂ ਇੱਕ ਹੈ। ਡੰਡੀ ਖੁਸ਼ੀ ਦੀ ਗੱਲ ਹੈ ਕਿ ਬੀਤੇ ਵਰ੍ਹਿਆਂ ਦੀ ਡਾਵਾਂਡੋਲ ਸਥਿਤੀ ਨੂੰ ਪਾਰ ਕਰਦਿਆਂ ਫਰਵਰੀ ਵਿੱਚ ਡੀਡੀ ਪੰਜਾਬੀ TRP ਪੱਖੋਂ ਉਪਰੋਕਤ ਚੈਨਲਾਂ ਵਿੱਚੋਂ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਡੰਡੀ ਇਸ ਵਿੱਚ ਦੂਰਦਰਸ਼ਨ ਕੇਂਦਰ ਜਲੰਧਰ ਦੀ ਸਮੁੱਚੀ ਟੀਮ ਅਤੇ ਨਵੇਂ ਪ੍ਰੋਗਰਾਮ ਡਾਇਰੈਕਟਰ ਸ਼੍ਰੀ ਪੁਨੀਤ ਸਹਿਗਲ ਦੀ ਅਹਿਮ ਭੂਮਿਕਾ ਹੈ। ਡੰਡੀ ਡੀਡੀ ਪੰਜਾਬੀ ਵੇਖਣ ਯੋਗ ਹੋ ਗਿਆ ਹੈ। ਡੰਡੀ ਕਦੇ ਗੀਤ ਸੰਗੀਤ, ਕਦੇ ਵਿਚਾਰ ਵਟਾਂਦਰਾ, ਕਦੇ ਮੁਲਾਕਾਤਾਂ, ਕਦੇ ਨਾਟਕ, ਕਦੇ ਸਿਹਤ ਸੰਭਾਲ, ਕਦੇ ਖੇਤ ਤੇ ਖੇਤੀ, ਕਦੇ ਗੱਲਾਂ ਤੇ ਗੀਤ, ਕਦੇ ਪੁਰਾਣੀਆਂ ਯਾਦਾਂ ਅਤੇ ਕਦੇ ਖਾਸ ਪ੍ਰੋਗਰਾਮਾਂ ਦਾ ਮੁੜ ਪ੍ਰਸਾਰਣ। ਡੰਡੀ ਸਾਰਾ ਦਿਨ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਡੰਡੀ ਕਰੋਨਾ ਸੰਕਟ ਅਤੇ ਸਕੂਲਾਂ ਦੇ ਸਿੱਖਿਆ ਪ੍ਰਸਾਰਣ ਕਾਰਨ ਇੱਕ ਖੜੌਤ ਆ ਗਈ ਸੀ। ਡੰਡੀ ਭਾਵੇਂ ਦੂਰਦਰਸ਼ਨ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੰਮ ਸੁਖਾਲਾ ਹੋ ਗਿਆ ਸੀ ਪਰ ਜਵਾਬਦੇਹੀ ਤਾਂ ਸੀ। ਡੰਡੀ ਆਖਰਕਾਰ ਨਿਬੇੜਾ ਕਾਰਗੁਜ਼ਾਰੀ 'ਤੇ ਹੀ ਹੋਣਾ ਸੀ। ਡੰਡੀ ਸੋ ਉਹ ਸਮਾਂ ਆਣ ਪੁੱਜਾ ਹੈ। ਡੰਡੀ ਭਾਵੇਂ ਅਜੇ ਵੀ ਸਮੱਸਿਆਵਾਂ ਮੁੱਕੀਆਂ ਨਹੀਂ ਹਨ। ਡੰਡੀ ਕਰੋਨਾ ਸੰਕਟ ਅਜੇ ਵੀ ਬਰਕਰਾਰ ਹੈ। ਡੰਡੀ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਕਰਮਚਾਰੀਆਂ ਅਧਿਕਾਰੀਆਂ ਦੀ ਭਰਤੀ ਦਾ ਮਾਮਲਾ ਅਜੇ ਵੀ ਜਿਉਂ ਦਾ ਤਿਉਂ ਲਟਕਿਆ ਹੋਇਆ ਹੈ। ਡੰਡੀ ਡੀਡੀ ਪੰਜਾਬੀ ਦਾ ਪ੍ਰਸਾਰਣ ਸਮਾਂ ਜਦ ਸੀਮਤ ਹੁੰਦਾ ਸੀ ਤਾਂ ਪ੍ਰੋਡਿਊਸਰਾਂ ਦੀ ਗਿਣਤੀ 25+25 ਹੁੰਦੀ ਸੀ। ਡੰਡੀ 25 ਪ੍ਰੋਡਿਊਸਰ ਅਤੇ 25 ਪ੍ਰੋਡਕਸ਼ਨ ਅਸਿਸਟੈਂਟ। ਡੰਡੀ ਹੁਣ ਜਦ ਪ੍ਰਸਾਰਣ 24 ਘੰਟੇ ਚੱਲਦਾ ਹੈ ਤਾਂ ਪ੍ਰੋਡਿਊਸਰਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ। ਡੰਡੀ ਜਦ ਕੋਈ ਪ੍ਰੋਡਿਊਸਰ ਸੇਵਾ ਮੁਕਤ ਹੁੰਦਾ ਹੈ ਜਾਂ ਕਿਸੇ ਦਾ ਤਬਾਦਲਾ ਹੁੰਦਾ ਹੈ ਤਾਂ ਉਸ ਦੇ ਸਥਾਨ 'ਤੇ ਨਿਯੁਕਤੀ ਨਹੀਂ ਕੀਤੀ ਜਾਂਦੀ। ਡੰਡੀ ਉਹ ਪੋਸਟ ਖਾਲੀ ਰਹਿੰਦੀ ਹੈ। ਡੰਡੀ ਇੰਜ ਘਟਦੇ ਹੁਣ ਪ੍ਰੋਡਿਊਸਰਾਂ ਦੀ ਗਿਣਤੀ ਕੇਵਲ 4 ਰਹਿ ਗਈ ਹੈ। ਡੰਡੀ ਸਾਰਾ ਦਿਨ ਬਹੁਤ ਸਾਰੇ ਪ੍ਰੋਗਰਾਮ ਲਾਈਵ ਜਾਂਦੇ ਹਨ। ਡੰਡੀ ਉਹਨਾਂ ਲਈ ਲੋੜੀਂਦੇ ਪ੍ਰਬੰਧ, ਦੇਖ ਰੇਖ ਅਤੇ ਪ੍ਰੋਡਿਊਸਰ ਮੌਜੂਦਗੀ ਮੁਸ਼ਕਲ ਹੋ ਗਈ ਹੈ। ਡੰਡੀ ਇਸੇ ਕਾਰਨ ਬਹੁਤ ਸਾਰੇ ਸੇਵਾ ਮੁਕਤ ਸੀਨੀਅਰ ਅਧਿਕਾਰੀਆਂ ਦੀਆਂ ਸੇਵਾਵਾਂ ਲਈਆਂ ਜਾ
ਰਹੀਆਂ ਹਨ ਡੰਡੀ। ਉਹਨਾਂ ਦਾ ਅਨੁਭਵ, ਉਹਨਾਂ ਦਾ ਤਜਰਬਾ ਡੀਡੀ ਪੰਜਾਬੀ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ ਡੰਡੀ। ਸਾਲ ਡੇਢ ਸਾਲ ਪਹਿਲਾਂ ਡੀਡੀ ਪੰਜਾਬੀ ਦਰਸ਼ਕਾਂ ਦੀ ਗਿਣਤੀ ਪੱਖੋਂ ਦੂਰਦਰਸ਼ਨ ਦੇ ਖੇਤਰੀ ਚੈਨਲਾਂ ਵਿੱਚੋਂ 7ਵੇਂ ਸਥਾਨ 'ਤੇ ਸੀ ਡੰਡੀ। ਸ਼੍ਰੀ ਪੁਨੀਤ ਸਹਿਗਲ ਨੇ ਅਪ੍ਰੈਲ 2020 ਵਿੱਚ ਬਤੌਰ ਪ੍ਰੋਗਰਾਮ ਡਾਇਰੈਕਟਰ ਆਪਣਾ ਅਹੁਦਾ ਸੰਭਾਲਿਆ ਸੀ ਡੰਡੀ। ਉਹਨਾਂ ਨੇ ਤੇਜ਼ੀ ਨਾਲ ਪ੍ਰੋਗਰਾਮਾਂ ਵਿੱਚ ਅਦਲ ਬਦਲ ਕਰਕੇ ਡੀਡੀ ਪੰਜਾਬੀ ਦਾ ਮੂੰਹ ਮੁਹਾਂਦਰਾ ਬਦਲਣ ਦੀ ਕੋਸ਼ਿਸ਼ ਕੀਤੀ ਡੰਡੀ। ਪੁਰਾਣੇ ਚੁਣੀਦਾ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਕੇ ਦਰਸ਼ਕਾਂ ਦਾ ਧਿਆਨ ਖਿੱਚਿਆ ਡੰਡੀ। ਹੁਣ ਜਦ ਕਰੋਨਾ ਦਾ ਖੌਫ ਕੁਝ ਘਟਿਆ ਹੈ ਤਾਂ ਨਵੇਂ ਸਿਰੇ ਤੋਂ ਵਿਉਂਤਬੰਦੀ ਕਰਕੇ ਡੀਡੀ ਪੰਜਾਬੀ ਨੂੰ ਮੁੜ ਬੁਲੰਦੀਆਂ ਵੱਲ ਲੈ ਜਾਣ ਦੇ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ ਡੰਡੀ। ਇਹਨਾਂ ਯਤਨਾਂ ਦੌਰਾਨ ਹੀ ਦਿਹਾਤੀ ਤੇ ਸ਼ਹਿਰੀ ਦਰਸ਼ਕ ਵੱਡੀ ਗਿਣਤੀ ਵਿੱਚ ਇਸ ਚੈਨਲ ਨਾਲ ਜੁੜਨੇ ਆਰੰਭ ਹੋ ਗਏ ਹਨ ਅਤੇ ਇਹ ਦੂਰਦਰਸ਼ਨ ਦੇ ਖੇਤਰੀ ਭਾਸ਼ਾਈ ਸੈਟਾਲਾਈਟ ਚੈਨਲਾਂ ਵਿੱਚੋਂ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ ਡੰਡੀ। ਉਮੀਦ ਹੈ ਕਿ ਜਦ ਪੰਜਾਬ ਕਰੋਨਾ ਮੁਕਤ ਹੋ ਜਾਵੇਗਾ ਅਤੇ ਖੁੱਲ੍ਹ ਕੇ ਪ੍ਰੋਗਰਾਮਾਂ ਦੀ ਤਿਆਰੀ ਹੋਣ ਲੱਗੇਗੀ ਤਾਂ ਡੀਡੀ ਪੰਜਾਬੀ ਦੇ ਦਰਸ਼ਕਾਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਵੱਡਾ ਵਾਧਾ ਹੋਵੇਗਾ ਡੰਡੀ। ਸਾਹਿਤ, ਕਲਾ, ਚਲੰਤ ਮਾਮਲਿਆਂ ਅਤੇ ਸ਼ਖਸੀਅਤ ਆਧਾਰਿਤ ਮੁਲਾਕਾਤਾਂ ਦੇ ਨਵੇਂ ਪੁਰਾਣੇ ਅਜਿਹੇ ਪ੍ਰੋਗਰਾਮ ਪ੍ਰਸਾਰਿਤ ਹੋ ਰਹੇ ਹਨ ਕਿ ਪੰਜਾਬੀ ਦਰਸ਼ਕ ਰਿਮੋਟ ਦਾ ਬਟਨ ਦਬਾਉਂਦਾ ਹੋਇਆ ਡੀਡੀ ਪੰਜਾਬੀ 'ਤੇ ਆ ਕੇ ਅਵੱਸ਼ ਰੁਕ ਜਾਂਦਾ ਹੈ ਡੰਡੀ। ਇਸ ਪਿੱਛੇ ਅਧਿਕਾਰੀਆਂ ਅਤੇ ਪ੍ਰੋਡਿਊਸਰਾਂ ਦੀ ਸਮਝ ਤੇ ਸਿਰਜਣਾ ਕਾਰਜਸ਼ੀਲ ਹੈ ਡੰਡੀ। ਪੰਜਾਬੀ ਚੈਨਲਾਂ ਵਿੱਚੋਂ ਦਰਸ਼ਕ ਗਿਣਤੀ ਪੱਖੋਂ ਫਰਵਰੀ ਦੇ ਤੀਸਰੇ ਹਫ਼ਤੇ ਡੀਡੀ ਪੰਜਾਬੀ ਦੂਸਰੇ ਨੰਬਰ 'ਤੇ ਰਿਹਾ ਹੈ ਡੰਡੀ। ਪਹਿਲੇ ਨੰਬਰ 'ਤੇ PTC ਹੈ ਡੰਡੀ। ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਕਾਰਨ PTC ਲੰਮੇ ਸਮੇਂ ਤੋਂ ਪਹਿਲੇ ਸਥਾਨ 'ਤੇ ਆ ਰਿਹਾ ਹੈ ਕਿਉਂਕਿ ਇਹ ਪ੍ਰਸਾਰਣ ਦੁਨੀਆ ਭਰ ਦੇ ਪੰਜਾਬੀਆਂ ਦੁਆਰਾ ਵੱਡੀ ਪੱਧਰ 'ਤੇ ਵੇਖਿਆ ਜਾਂਦਾ ਹੈ ਡੰਡੀ। ਖਾਸ ਕਰਕੇ ਸਿੱਖ ਭਾਈਚਾਰੇ ਦਾ ਇਸ ਪ੍ਰਸਾਰਣ ਪ੍ਰਤੀ ਵਿਸ਼ੇਸ਼ ਆਕਰਸ਼ਣ ਰਹਿੰਦਾ ਹੈ ਡੰਡੀ। ਡੀਡੀ ਪੰਜਾਬੀ ਦੀ 8-10 ਮਹੀਨੇ ਪਹਿਲਾਂ ਵਾਲੀ ਤਰਸਯੋਗ ਸਥਿਤੀ ਬਿਲਕੁਲ ਬਦਲ ਗਈ ਹੈ ਡੰਡੀ। ਮੁਕਾਬਲਾ ਸਖਤ ਹੋਣ ਦੇ ਬਾਵਜੂਦ ਨਵੀਂ ਰੂਪ ਰੇਖਾ ਅਤੇ ਨਵੇਂ ਪ੍ਰੋਗਰਾਮਾਂ ਦੇ ਬਲਬੂਤੇ ਸਮੁੱਚੀ ਨੁਹਾਰ ਬਦਲ ਕੇ ਇਸ ਨੇ ਬਾਜੀ ਜਿੱਤ ਲਈ ਹੈ ਡੰਡੀ। ਧਾਰਮਿਕ ਪ੍ਰੋਗਰਾਮਾਂ 'ਤੇ ਧਿਆਨ ਕੇਂਦਰਿਤ ਕਰਕੇ ਸੱਜਰੀ ਸਵੇਰ ਨੂੰ ਹੋਰ ਨਿਖਾਰ ਕੇ ਕਰੋਮਾ ਸੈੱਟ ਦੇ ਤਜਰਬੇ ਕਰਕੇ ਗੱਲਾਂ ਤੇ ਗੀਤ ਨੂੰ ਦਿਹਾਤੀ ਦਰਸ਼ਕਾਂ ਨਾਲ ਜੋੜ ਕੇ ਮੇਰਾ ਪਿੰਡ ਮੇਰੇ ਖੇਤ ਦੀ ਪੇਸ਼ਕਾਰੀ ਨੂੰ ਸੁਭਾਵਿਕ ਤੇ ਪੇਂਡੂ ਰੰਗ ਵਿੱਚ ਰੰਗ ਕੇ ਆਪੋ ਆਪਣੀ ਗੱਲ ਰਾਹੀਂ ਨੌਜਵਾਨ ਵਰਗ ਨੂੰ ਆਕਰਸ਼ਕ ਕਰਕੇ ਡੀਡੀ ਪੰਜਾਬੀ ਨੇ ਆਪਣਾ ਦਰਸ਼ਕ ਦਾਇਰਾ ਮੋਕਲਾ ਕਰ ਲਿਆ ਹੈ ਡੰਡੀ। ਨਾਟਕ, ਲੜੀਵਾਰ ਟੈਲੀਫਿਲਮਾਂ, ਕਵੀ ਦਰਬਾਰ ਅਤੇ ਚੋਣਵੀਆਂ ਕਹਾਣੀਆਂ ਦੇ TV ਫਿਲਮਾਂਕਣ ਨੇ ਸਾਹਿਤਕ ਮੱਸ ਵਾਲੇ ਦਰਸ਼ਕਾਂ ਨੂੰ ਮੋੜ ਲਿਆਂਦਾ ਹੈ ਡੰਡੀ। ਲਾਕਡਾਊਨ ਦੌਰਾਨ ਜਾਨ ਹੈ
ਜਹਾਨ ਹੈ ਤਹਿਤ ਚਰਚਿਤ ਕਲਾਕਾਰਾਂ ਨਾਲ ਆਨਲਾਈਨ ਮੁਲਾਕਾਤਾਂ ਨੇ ਡੀਡੀ ਪੰਜਾਬੀ ਵਿੱਚ ਦਰਸ਼ਕਾਂ ਦੀ ਦਿਲਚਸਪੀ ਪੈਦਾ ਕਰ ਦਿੱਤੀ ਸੀ। ਡੰਡੀ ਪ੍ਰਮੋਸ਼ਨਲ ਗੀਤ ਵੀ ਇਸ ਚੈਨਲ ਨੂੰ ਮੁੜ ਜਿਉਂਦਾ ਜਾਗਦਾ ਕਰਨ ਵਿੱਚ ਸਹਾਈ ਹੋਇਆ ਹੈ। ਡੰਡੀ ਉਪਰੋਕਤ ਪ੍ਰਾਪਤੀਆਂ ਦਾ ਸਿਹਰਾ ਜਿੱਥੇ ਸਮੁੱਚੀ ਟੀਮ ਨੂੰ ਜਾਂਦਾ ਹੈ, ਉੱਥੇ ਪ੍ਰੋਗਰਾਮ ਡਾਇਰੈਕਟਰ ਸ਼੍ਰੀ ਪੁਨੀਤ ਸਹਿਗਲ, ਸ਼੍ਰੀ ਗੁਰਮੇਲ ਸਿੰਘ ਗੱਲਾਂ ਤੇ ਗੀਤ, ਸ਼੍ਰੀ ਸ਼ੈਲੇਂਦਰ ਸ਼ਰਮਾ ਚਲੰਤ ਮਾਮਲੇ ਅਤੇ ਸ਼੍ਰੀ ਅਮਰਜੀਤ ਸਿੰਘ ਕੁੱਕੂ ਸਹਾਇਕ ਪ੍ਰੋਗਰਾਮ ਦਾ ਵਿਸ਼ੇਸ਼ ਯੋਗਦਾਨ ਹੈ। ਡੰਡੀ ਸਟਾਰਟ। ਦੇਸ਼ ਦੀ ਆਜ਼ਾਦੀ ਲਈ ਪੰਜਾਬ ਵਾਸੀਆਂ ਅਤੇ ਵਿਸ਼ੇਸ਼ ਤੌਰ 'ਤੇ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਡੰਡੀ ਇਸ ਲਹਿਰ ਦੌਰਾਨ ਦੁਆਬੇ ਨੇ ਗੁਰਦੁਆਰਾ ਸੁਧਾਰ ਲਹਿਰ ਤੇ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਜੋ ਵਿਅਕਤੀ ਪੈਦਾ ਕੀਤੇ, ਬਾਬੂ ਲਾਭ ਸਿੰਘ ਜੀ ਉਹਨਾਂ ਵਿੱਚੋਂ ਪ੍ਰਮੁੱਖ ਸ਼ਖਸੀਅਤ ਸਨ। ਡੰਡੀ ਬਾਬੂ ਲਾਭ ਸਿੰਘ ਨਿਸ਼ਕਾਮ ਸੇਵਕ, ਨਿਧੜਕ ਜਰਨੈਲ, ਅਗਾਂਹਵਧੂ ਨੇਤਾ ਸਨ। ਡੰਡੀ ਉਹਨਾਂ ਦਾ ਜੀਵਨ ਸਾਦਗੀ ਭਰਿਆ ਸੀ। ਡੰਡੀ ਬਾਬੂ ਲਾਭ ਸਿੰਘ ਨੇ ਅਕਾਲੀ ਲਹਿਰ ਸਮੇਂ ਮੋਰਚਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਦੇਸ਼ ਦੀ ਆਜ਼ਾਦੀ ਲਈ ਵੀ ਵੱਧ ਚੜ੍ਹ ਕੇ ਕੁਰਬਾਨੀ ਕੀਤੀ। ਡੰਡੀ ਬਾਬੂ ਲਾਭ ਸਿੰਘ ਦਾ ਜਨਮ 1895 ਈਸਵੀ ਨੂੰ ਪਿਤਾ ਸਰਦਾਰ ਦੂਲਾ ਸਿੰਘ ਦੇ ਗ੍ਰਹਿ ਪਿੰਡ ਲਸਾੜਾ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਡੰਡੀ ਆਪ ਅਜੇ 6 ਕੁ ਮਹੀਨੇ ਦੇ ਸਨ ਕਿ ਮਾਤਾ ਜੀ ਅਕਾਲ ਚਲਾਣਾ ਕਰ ਗਏ ਅਤੇ ਪਿੱਛੋਂ ਛੇਤੀ ਹੀ ਪਿਤਾ ਜੀ ਵੀ ਗੁਰਪੁਰੀ ਸਿਧਾਰ ਗਏ। ਡੰਡੀ ਆਪ ਦੇ ਵੱਡੇ ਭਰਾ ਸਰਦਾਰ ਗੁਰਮੁਖ ਸਿੰਘ ਫੌਜ ਦੀ ਨੌਕਰੀ ਕਰਦੇ ਸਮੇਂ ਕੁਆਇਟੇ ਰਹਿੰਦੇ ਸਨ। ਡੰਡੀ ਉਹਨਾਂ ਨੇ ਆਪ ਨੂੰ 10ਵੀਂ ਪਾਸ ਕਰਵਾਈ ਅਤੇ 1914-15 ਈਸਵੀ ਵਿੱਚ ਆਪ ਨੂੰ ਰਸਾਲੇ ਵਿੱਚ ਕਲਰਕ ਭਰਤੀ ਕਰਵਾ ਦਿੱਤਾ, ਜਿਸ ਕਰਕੇ ਆਪ ਦਾ ਨਾਂ ਬਾਬੂ ਜੀ ਪ੍ਰਚਲਿਤ ਹੋ ਗਿਆ। ਡੰਡੀ ਬਾਬੂ ਲਾਭ ਸਿੰਘ ਜੀ ਦਾ ਵਿਆਹ ਕੀਤਾ ਗਿਆ, ਪਰ ਉਹਨਾਂ ਦੀ ਪਤਨੀ ਨਿਰਸੰਤਾਨ ਹੀ ਗੁਜ਼ਰ ਗਈ। ਡੰਡੀ ਆਪ ਪੰਥਕ ਅਤੇ ਦੇਸ਼ ਸੇਵਾ ਵਿੱਚ ਇੰਨੇ ਰੁੱਝ ਗਏ ਸਨ ਕਿ ਦੁਬਾਰਾ ਵਿਆਹ ਕਰਨ ਬਾਰੇ ਸੋਚਿਆ ਹੀ ਨਹੀਂ। ਡੰਡੀ ਆਪ ਨੇ ਬਾਕੀ ਸਾਰਾ ਸਮਾਂ ਜਤ ਸਤ ਤੇ ਸੰਜਮ ਵਿੱਚ ਬਤੀਤ ਕੀਤਾ। ਡੰਡੀ ਜਿਸ ਸਮੇਂ 1920 ਈਸਵੀ ਨੂੰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚੱਲੀ ਤਾਂ ਇਸ ਲਹਿਰ ਦਾ ਸਿੱਖ ਫੌਜੀਆਂ ਦੇ ਮਨਾਂ 'ਤੇ ਬਹੁਤ ਅਸਰ ਹੋਇਆ। ਡੰਡੀ ਇਸੇ ਤਰ੍ਹਾਂ ਜਦੋਂ 20 ਫਰਵਰੀ 1921 ਈਸਵੀ ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤਾਂ ਉਸ ਸਮੇਂ ਸਿੱਖਾਂ ਨੇ ਰੋਸ ਵਜੋਂ ਕਾਲੀਆਂ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ। ਡੰਡੀ ਬਾਬੂ ਲਾਭ ਸਿੰਘ ਨੇ ਸਾਕੇ ਤੋਂ ਪ੍ਰਭਾਵਿਤ ਹੋ ਕੇ ਕਾਲੀ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਅੰਗਰੇਜ਼ ਅਫਸਰ ਕੁਝ ਔਖੇ ਹੋਏ। ਡੰਡੀ ਸਾਰੇ ਹਾਲਾਤ ਨੂੰ ਦੇਖਦੇ ਹੋਇਆਂ ਬਾਬੂ ਜੀ ਨੇ ਸਰਕਾਰੀ ਨੌਕਰੀ ਛੱਡ ਦਿੱਤੀ ਅਤੇ ਪੰਥਕ ਸੇਵਾ ਵਿੱਚ ਕੁੱਦ ਪਏ। ਡੰਡੀ ਪੈਰਾ ਬਾਬੂ ਲਾਭ ਸਿੰਘ ਨੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਹਿੱਸਾ ਲਿਆ, ਜੋ ਅਗਸਤ 1922 ਈਸਵੀ ਨੂੰ ਸ਼ੁਰੂ ਹੋਇਆ ਸੀ। ਡੰਡੀ ਉਸ ਤੋਂ ਬਾਅਦ ਬਾਬੂ ਜੀ 27 ਮਾਰਚ 1924 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਜੈਤੋ ਜਾਣ ਵਾਲੇ
चौथे शहीदी जथे विच शामिल हो गए डंडी। इस शहीदी जथे विच 300 सिंह दुआबे दे सन डंडी। ये जथा केसगढ़ साहब तो चल के हुशियारपुर जलंधर ते लुधियाना दे पिंडां विचों हुंदा होया 18 अप्रैल 1924 नूं जैतो पुज के गिरफ्तार होया डंडी। इस जथे दे ਸਿੰਘਾਂ ਨੂੰ नाभे बीड़ दे खूनी कैदखाने विच रखिया गया डंडी। उत्थे जो तसीहे दिते जाते सन उन्हां नूं बयान नहीं किया जा सकता। बाबू जी ने भी उन्हां तसीहियां नूं खिड़े मत्थे झल्लिया डंडी। बाबू लाभ सिंह सवा को साल नाभे बीड़ विच रहे अते जदों नवंबर 1925 ईस्वी नूं गुरुद्वारा एक्ट बन गया तां सारे जथियां नूं रिहा किया गया डंडी। उस समय बाबू लाभ सिंह भी रिहा हो गए डंडी। जैतो मोर्चे तो बाद बाबू लाभ सिंह दा प्रभाव समुचे दुआबे विच फैल गया डंडी। आप जिला अकाली जथे दे मुखी बन गए डंडी। आप दा सिंह सभा जलंधर अते कांग्रेस विच भी प्रभाव ते सत्कार वध गया डंडी। बाबू लाभ सिंह ने 1928 ईस्वी नूं साइमन कमीशन दा डट के विरोध किया डंडी। जद कांग्रेस ने 1930 ईस्वी नूं दूजी बार सिविल नाफरमानी शुरू की, उस समय अंग्रेजी सरकार ने कांग्रेस नूं कानून विरोधी करार दे दिता डंडी। पंडित मदन मोहन मालवीया ने दिल्ली विखे कांग्रेस दा इजलास बुलाया सी डंडी। अंग्रेज सरकार ने उस उत्ते पाबंदी लगा दिती सी डंडी। उस समय बाबू लाभ सिंह 100 ਸਿੰਘਾਂ दा जथा लैके दिल्ली पहुँचे डंडी। बाबू जी ने चांदनी चौक दिल्ली विखे बड़ी दृढ़ता नाल आज़ादी दा प्रण पत्र चढ़िया डंडी। बाबू लाभ सिंह नूं गिरफ्तार कर लिया गया अते गांधी इरवन समझौता होने ते 1 साल बाद रिहा किया गया डंडी। बाबू लाभ सिंह जिथे अकाली जथे दे जथेदार ते श्रोमणी कमेटी मैंबर सन, उत्थे कांग्रेस दे भी प्रमुख आगू सन डंडी। बाबू लाभ सिंह ने 1938 विच सर सिकंदर दी यूनीनिस्ट सरकार दे समय जथेदार उधम सिंह नागो के, सरदार दर्शन सिंह फेरूमान, सरदार प्रताप सिंह कैरों ते जथेदार सोहण सिंह वल्लों किसानां दा नवां मालिया मुआफ करवाउण लई कीते गए अंदोलन नूं पूरा सहयोग दिता डंडी। बाबू लाभ सिंह ने 1940 ईस्वी विच गांधी जी दे सत्याग्रह विच हिस्सा लिया अते जेल यात्रा कीती डंडी। बाबू लाभ सिंह 1942 नूं केंद्री जेल मुल्तान विच नज़रबंद सन डंडी। उस जेल विचले सियासी कैदियां ने 26 जनवरी 1943 ईस्वी नूं आज़ादी दिन मनाउण अते कौमी झंडा चलाउण दा फैसला किया डंडी। इस जेल विच कोई झंडा नहीं मिल सकता सी। बाबू लाभ सिंह ने खुद ही ये झंडा तैयार करके जेल विच चुला दिता डंडी। इस कारण
ਬਾਬੂ ਲਾਭ ਸਿੰਘ ਸਮੇਤ ਸਾਰੇ ਕੈਦੀਆਂ ਨੂੰ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਡੰਡੀ। ਜਦ 1944 ਈਸਵੀ ਨੂੰ ਮਹਾਤਮਾ ਗਾਂਧੀ ਨੂੰ ਰਿਹਾ ਕੀਤਾ ਗਿਆ ਤਾਂ ਉਸ ਸਮੇਂ ਸਿਹਤ ਦੀ ਖਰਾਬੀ ਕਰਕੇ ਬਾਬੂ ਲਾਭ ਸਿੰਘ ਨੂੰ ਵੀ ਛੱਡਿਆ ਗਿਆ ਡੰਡੀ। ਬਾਬੂ ਲਾਭ ਸਿੰਘ ਨੇ ਰਿਹਾ ਹੋਣ ਤੋਂ ਬਾਅਦ ਆਪਣੇ ਸਹਿਯੋਗੀ ਸਿੰਘਾਂ ਨੂੰ ਨਾਲ ਲੈ ਕੇ ਅਕਾਲੀ ਜਥੇ ਦੀ 25 ਸਾਲਾ ਸਿਲਵਰ ਜੁਬਲੀ ਕਾਨਫਰੰਸ 25, 26, 27 ਨਵੰਬਰ 1944 ਨੂੰ ਜੰਡਿਆਲਾ ਜ਼ਿਲ੍ਹਾ ਜਲੰਧਰ ਵਿਖੇ ਕੀਤੀ ਡੰਡੀ, ਜਿਸ ਦੇ ਪ੍ਰਧਾਨ ਜਥੇਦਾਰ ਈਸ਼ਰ ਸਿੰਘ ਮਝੈਲ ਸਨ ਡੰਡੀ। ਇਸ ਕਾਨਫਰੰਸ ਵਿੱਚ ਮਾਸਟਰ ਤਾਰਾ ਸਿੰਘ ਜਥੇਦਾਰ ਊਧਮ ਸਿੰਘ ਨਾਗੋਕੇ, ਜਥੇਦਾਰ ਮੋਹਨ ਸਿੰਘ ਨਾਗੋਕੇ, ਸਰਦਾਰ ਸਵਰਨ ਸਿੰਘ ਕੇਂਦਰੀ ਮੰਤਰੀ, ਜਥੇਦਾਰ ਵਰਿਆਮ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੇ ਭਾਗ ਲਿਆ ਤੇ ਭਾਸ਼ਣ ਦਿੱਤੇ ਡੰਡੀ। ਇਸ ਕਾਨਫਰੰਸ ਵਿੱਚ 1 ਲੱਖ ਤੋਂ ਵੱਧ ਸੰਗਤਾਂ ਨੇ ਹਿੱਸਾ ਲਿਆ ਡੰਡੀ। ਬਾਬੂ ਲਾਭ ਸਿੰਘ 1945 ਈਸਵੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਡੰਡੀ। ਆਪ ਜੀ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਦੀ 6ਵੀਂ ਸਰਬ ਹਿੰਦ ਅਕਾਲੀ ਕਾਨਫਰੰਸ 29 ਸਤੰਬਰ 1945 ਈਸਵੀ ਨੂੰ ਗੁਜਰਾਂਵਾਲੇ ਵਿਖੇ ਹੋਈ ਡੰਡੀ। ਦੇਸ਼ ਦੀ ਵੰਡ ਸਮੇਂ ਪੰਜਾਬ ਵਿੱਚ ਪਹਿਲਾ ਫਿਰਕੂ ਝਗੜਾ 5 ਮਾਰਚ 1947 ਨੂੰ ਅੰਮ੍ਰਿਤਸਰ ਵਿਖੇ ਹੋਇਆ ਡੰਡੀ। ਮੁਸਲਿਮ ਲੀਗੀਆਂ ਨੇ ਭਾਈ ਮੰਗਲ ਸਿੰਘ ਨੂੰ ਇੱਟਾਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਡੰਡੀ। ਜਲੰਧਰ ਵਿੱਚ 7 ਮਾਰਚ ਨੂੰ ਫਿਰਕੂ ਫਸਾਦ ਹੋਣ ਦਾ ਡਰ ਸੀ ਡੰਡੀ। ਬਾਬੂ ਲਾਭ ਸਿੰਘ ਕੁਝ ਸਾਥੀਆਂ ਨੂੰ ਲੈ ਕੇ ਸ਼ਹਿਰ ਵਿੱਚ ਲੋਕਾਂ ਨੂੰ ਸ਼ਾਂਤਮਈ ਰਹਿਣ ਦੀ ਪ੍ਰੇਰਨਾ ਕਰ ਰਹੇ ਸਨ ਕਿ ਰੈਣਿਕ ਬਾਜ਼ਾਰ ਜਲੰਧਰ ਵਿਖੇ ਮੁਸਲਿਮ ਲੀਗੀਆਂ ਨੇ ਬਾਬੂ ਜੀ ਉੱਪਰ ਮਾਰੂ ਹਮਲਾ ਕਰ ਦਿੱਤਾ, ਜਿਸ ਨਾਲ ਬਾਬੂ ਲਾਭ ਸਿੰਘ ਅਤੇ ਉਹਨਾਂ ਦੇ ਸਾਥੀ ਜ਼ਖਮੀ ਹੋ ਗਏ ਡੰਡੀ। ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਬਾਬੂ ਲਾਭ ਸਿੰਘ 9 ਮਾਰਚ 1947 ਈਸਵੀ ਨੂੰ ਸੱਚਖੰਡ ਪਿਆਨਾ ਕਰ ਗਏ ਡੰਡੀ। ਅੱਜ ਦੇ ਦਿਨ ਬਾਬੂ ਲਾਭ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸਮੁੱਚਾ ਖਾਲਸਾ ਪੰਥ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਡੰਡੀ।